ਹੁਣ ਜਦੋਂ ਸ਼ਹੀਦੀ ਹੋਈ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉੱਥੋਂ ਫਿਰ ਜਿਹੜੀ ਸਿੱਖੀ ਸ਼ਬਦ ਦੇ ਵਿੱਚੋਂ ਪ੍ਰਗਟ ਹੋਈ, ਅੰਤਰੀਵ ਸੰਤ ਮਤ ਦੇ ਵਿੱਚੋਂ ਪ੍ਰਗਟ ਹੋਈ। ਇਹ ਫਿਰ ਸਿੱਖੀ ਜਿਹੜੀ ਹੈ ਇਹ ਬਾਹਰ ਸਿਪਾਹੀ ਦੇ ਰੋਲ ਦੇ ਵਿੱਚ ਆਈ, ਛੇਵੇਂ ਪਾਤਸ਼ਾਹ ਦੇ ਰੂਪ 'ਚ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੁਰੋਂ ਸਿੱਧੇ ਸਤਿਗੁਰ ਥਾਪ ਕੇ ਭੇਜੇ ਸੀਗੇ, ਜਿਨ ਕੋ ਸਤਿਗੁਰ ਥਾਪਿਆ ਤਿਨਾ ਮੇਟ ਨਾ ਸਕੈ ਕੋਏ, ਉਹਨਾਂ ਅੰਤਰ ਨਾਮ ਨਿਧਾਨ ਹੈ, ਉਹ ਨਾਮੋਂ ਪ੍ਰਗਟ ਹੋਏ। ਉਸ ਤੋਂ ਬਾਅਦ ਦੂਸਰੇ ਪਾਤਸ਼ਾਹ ਨੇ ਉਹਨਾਂ ਦਾ ਸੰਗ ਕੀਤਾ, ਤੀਸਰੇ ਪਾਤਸ਼ਾਹ ਨੇ ਉਹਨਾਂ ਦਾ ਸੰਗ ਕਰਕੇ ਆਪ ਦੀ ਸਾਰੀ ਉਮਰ ਦੇ ਵਿੱਚ। ਇਸੇ ਤਰੀਕੇ ਛੇਵੇਂ ਪਾਤਸ਼ਾਹ ਨੂੰ ਫਿਰ ਧੁਰੋਂ ਸਤਿਗੁਰ ਰੂਪ ਦੇ ਵਿੱਚ ਭੇਜਿਆ ਗਿਆ। ਜਦੋਂ ਪੰਜਵੇਂ ਪਾਤਸ਼ਾਹ ਦੀ ਸਿੱਧੀ ਹੋ ਗਈ, ਛੇਵੇਂ ਪਾਤਸ਼ਾਹ ਨੂੰ ਧੁਰੋਂ ਪੂਰਨ ਸਤਿਗੁਰ ਦੇ ਰੂਪ ਵਿੱਚ, ਉਹਨਾਂ ਨੂੰ ਜਨਮ ਤੋਂ ਹੀ ਸਾਰਾ, ਜਿਵੇਂ ਗੁਰੂ ਨਾਨਕ ਦੇਵ ਪਾਸ ਖਜ਼ਾਨਾ ਸੀ, ਇਸ ਤਰ੍ਹਾਂ ਖਜ਼ਾਨਾ ਸੀ ਉਹਨਾਂ ਪਾਸ। ਉਹਨਾਂ ਨੇ ਆ ਕੇ ਫਿਰ ਰੀਤ ਬਦਲੀ ਵੀ ਹੁਣ ਇਸ ਸੰਤ ਮਤ ਦੇ ਨਾਲ, ਸਹਿਜ ਮਤ ਦੇ ਨਾਲ, ਇਹ ਕੂੜ ਦੇ ਰਾਜੇ ਆ ਜਿਹੜੇ, ਇਹ ਹੁਣ ਪਰੇਸ਼ਾਨ ਕਰਦੇ ਆ। ਹੁਣ ਨਾਲ ਜਿਹੜਾ ਹੈ, ਜਿਵੇਂ ਮਨ ਅੰਦਰੋਂ ਸ਼ਬਦ ਦੇ ਵਿੱਚ ਸਮਾ ਕੇ ਪੰਜਾਂ ਦੂਤਾਂ ਦੇ ਨਾਲ ਯੁੱਧ ਕਰਦਾ ਹੈ। ਕਿਉਂਕਿ ਕਬੀਰ ਸਾਹਿਬ ਦਾ ਤੁਸੀਂ ਸ਼ਬਦ ਪੜ੍ਹਿਆ ਹੈ ਨਾ, ਗगन दमामा बाजियो परे निशाने घाओ, खेत जो मांडियो सूरमा अब जूझन को दाओ, सूरा सो पहचानिए जो लरै दीन के हेत, पुरजा पुरजा कट मरै कबू ना छड्ड के। हुण कबीर साहब ने तो कोई युद्ध नहीं किया, पर वो कहंदे ने सूरा सो पहचानिए जो लरै दीन के हेत। उन्हां बाणी विच शब्द उचारण कीता, पर दृष्टमां च तां कोई युद्ध नहीं कीता। ਇਹ ਅੰਦਰਲਾ ਯੁੱਧ ਜਿਹੜਾ ਸਾਨੂੰ ਪੰਜੇ ਦੂਤ ਜਦੋਂ ਵਿਚਾਰ ਦਿੰਦੇ ਆ, ਸਾਨੂੰ ਸਾਡੇ 10ਵੇਂ ਘਰ ਦੇ ਵਿੱਚ ਜਾਣ ਤੋਂ ਰੋਕਦੇ ਆ, ਤੇ ਮਨ ਇਹਨਾਂ ਵਿਚਾਰਾਂ ਦੇ ਨਾਲ ਯੁੱਧ ਕਰਦਾ ਹੈ। ਇਹਨਾਂ ਪੰਜਾਂ ਦੂਤਾਂ ਨੂੰ ਸ਼ਬਦ ਦੀ ਚੋਟ ਦੇ ਕੇ, ਸ਼ਬਦ ਦੇ ਬਾਣ ਦੇ ਨਾਲ ਪਾਸੇ ਕਰਕੇ ਆਪ ਦੇ ਘਰ 10ਵੇਂ ਘਰ ਦੇ ਵਿੱਚ ਜਾਂਦਾ ਹੈ। ਕਿਉਂਕਿ ਮਾਇਆ ਮਨ ਨੂੰ ਉਸ ਘਰ ਦੇ ਵਿੱਚ ਬੈਠਣ ਤੋਂ ਰੋਕਦੀ ਹੈ ਵੀ ਜੇ ਆਜ਼ਾਦ ਹੋ ਗਿਆ, ਇਹ ਜੂਨਾਂ ਦੇ ਵਿੱਚੋਂ ਬਾਹਰ ਨਿਕਲ ਜਾਏਗਾ, ਮੈਨੂੰ ਇਹਦੀ ਸੇਵਾ ਕਰਨੀ ਪਊਗੀ, ਇਹ ਆਪ ਮੁਕਤ ਹੋਏਗਾ, ਹੋਰ ਪਤਾ ਨਹੀਂ ਕਿੰਨੇ ਕੁ ਨਰਕ ਖਾਲੀ ਕਰਾ ਦੇਗਾ। ਪਰ ਉਸੇ ਖਾਲਸੇ ਨੂੰ ਹੁਕਮ ਹੋ ਗਿਆ ਵੀ ਜਿਵੇਂ ਅੰਦਰੋਂ ਪੰਜਾਂ ਦੂਤਾਂ ਦੇ ਨਾਲ ਯੁੱਧ ਜਿੱਤ ਕੇ ਤੁਸੀਂ ਆਪ ਦੀ ਪੰਜਲ ਪ੍ਰਾਪਤ ਕੀਤੀ ਹੈ, ਸ਼ਬਦ ਦਾ ਘਰ ਪ੍ਰਾਪਤ ਕੀਤਾ ਹੈ, ਹੁਣ ਇਸੇ ਤਰੀਕੇ ਇਹ ਬਾਹਰ ਦ੍ਰਿਸ਼ਟਮਾਨ ਜੀਵ ਜਿਹੜੇ ਨੇ, ਕੂੜ ਦੇ ਰਾਜ ਨੇ, ਇਹ ਪੰਜਾਂ ਦੂਤਾਂ ਦੇ ਵਸ ਨੇ। ਇਹਨਾਂ ਨੂੰ ਹੁਣ ਬਾਹਰੀ ਤੌਰ ਤੇ ਵੀ ਯੁੱਧ ਕਰਨਾ ਪਏਗਾ ਇਹਨਾਂ ਨਾਲ। ਯੁੱਧ ਸਾਡਾ ਪੰਜਾਂ ਦੂਤਾਂ ਦੇ ਨਾਲ ਹੀ ਹੈ। ਅੰਦਰੋਂ ਅਸੀਂ ਪੰਜਾਂ ਦੂਤਾਂ ਦੇ ਨਾਲ ਸਿੱਧੇ ਲੜਦੇ ਆ ਜਦੋਂ ਵਿਚਾਰ ਦਿੰਦੇ ਆ, ਵਿਕਾਰ ਦਿੰਦੇ ਆ, ਤੇ ਜਦੋਂ ਬਾਹਰ ਅਸੀਂ ਲੜਦੇ ਆ, ਬਾਹਰ ਜਿਹੜੇ ਪੰਜਾਂ ਦੂਤਾਂ ਨੇ ਵਸ ਕਰ ਲੈਣੇ, ਜਿਨ੍ਹਾਂ ਨੂੰ ਹਉਮੈ ਵਿੱਚ ਵਸ ਕਰਕੇ, ਭਰਮ ਦੇ ਵਿੱਚ ਪਾ ਕੇ ਸਾਡੇ ਖਿਲਾਫ ਕਰਤਾ, ਬਾਹਰ ਉਹਨਾਂ ਨਾਲ, ਦੂਤਾਂ ਨਾਲ ਹੀ ਯੁੱਧ ਹੈ ਖਾਲਸੇ ਦਾ। ਤੇ ਜਦੋਂ ਉਹ ਜੀਵ ਜਾਗਰਤ ਅਵਸਥਾ 'ਚ ਆ ਗਿਆ, ਸਿਮਰਨ ਕਰਕੇ ਜਾਗ ਗਿਆ, ਖਾਲਸੇ ਨੂੰ ਇਹ ਭਰੋਸਾ ਹੋ ਗਿਆ ਵੀ ਇਹਦਾ ਹੁਣ ਮਨ ਨਿਰਮਲ ਹੈ, ਕੋਈ ਯੁੱਧ ਨਹੀਂ, ਸ਼ਕਲ ਦੇ ਨਾਲ ਯੁੱਧ ਨਹੀਂ ਹੈਗਾ ਖਾਲਸੇ ਦਾ, ਪੰਜਾਂ ਦੂਤਾਂ ਦੇ ਨਾਲ ਹੈ। ਜੋ ਪੰਜਾਂ ਦੂਤਾਂ ਦੇ ਵਸ ਹੋਵੇਗਾ ਉਹਦਾ ਸੀਸ ਧੜ ਤੋਂ ਲੱਗ ਕਰੇਗਾ। ਕਿਉਂਕਿ ਪੰਜਾਂ ਦੂਤਾਂ ਦੇ ਵਸ ਹੋ ਕੇ ਅਸੀਂ ਕਿਸੇ ਦਾ ਨੁਕਸਾਨ ਕਰਦੇ ਹਾਂ। ਹੁਣ ਜਿਵੇਂ ਅੰਦਰੋਂ ਪੰਜਾਂ ਦੂਤਾਂ ਦੇ ਨਾਲ ਲੜਿਆ ਜਾਂਦਾ ਸੀ, ਛੇਵੇਂ ਪਾਤਸ਼ਾਹ ਨੇ ਉਸੇ ਤਰੀਕੇ ਦੇ ਨਾਲ ਖਾਲਸੇ ਨੂੰ, ਜਿਵੇਂ ਅੰਦਰੋਂ ਸ਼ਬਦ ਦਾ ਸ਼ਸਤਰ ਦਿੱਤਾ ਸੀਗਾ, ਗੁਰਮੰਤਰ ਦਾ, ਗਿਆਨ ਦੇ ਸ਼ਸਤਰ ਦਿੱਤੇ ਸੀ, ਬਾਹਰ ਦ੍ਰਿਸ਼ਟਮਾਨ ਦੇ ਵਿੱਚ ਧਾਤ ਦੇ ਸ਼ਸਤਰ ਦੇਤੇ, ਸਰਬਲੋਹ ਦੇ ਸ਼ਸਤਰ ਦੇਤੇ। ਜਿਵੇਂ ਅੰਦਰ ਮਨ ਨਾਮ ਦਾ ਕੱਪੜਾ ਪਹਿਨਦਾ ਸੀਗਾ, ਹਰ ਨਾਮ ਹਮਾਰਾ ਕੱਪੜ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਸਭ ਸਰਦ ਗਈ, ਬਾਹਰ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਮਾਨ ਚੋਲਾ ਬਖਸ਼ਿਆ। ਅੰਦਰ ਅਨਾਹਦ ਬਾਣੀ ਦਾ ਦਮਾਲਾ ਲਾਉਂਦਾ ਸੀਗਾ, ਸ਼ਬਦ ਦੀ ਤਨਕਾਰ ਦਾ ਸਾਰਾ ਦਮਾਲਾ ਚੱਲਦਾ ਹੈ ਅੰਦਰ, ਬਾਹਰ ਸੱਚੇ ਪਾਤਸ਼ਾਹ ਨੇ ਦੋ ਲੜ ਜੋੜ ਕੇ ਦ੍ਰਿਸ਼ਟਮਾਨ ਕੱਪੜੇ ਦਾ ਦਮਾਲਾ ਦੇ ਦਿੱਤਾ। ਜੋ ਅੰਦਰ ਸੀਗਾ ਮਨ ਦਾ ਖਜ਼ਾਨਾ, ਜਿਵੇਂ ਮਨ ਅੰਦਰ ਨਾਮ ਦਾ ਕੱਪੜਾ ਪਹਿਨਦਾ ਸੀ, ਅੰਦਰ ਮਨ ਆਪਦੇ 10ਵੇਂ ਘਰ ਦੇ ਵਿੱਚ ਵਿਚਰਦਾ, ਅੰਮ੍ਰਿਤ ਛਕਦਾ, ਸਾਰਾ ਖੇਲ ਕਰਦਾ, ਉਹੀ ਵੇਸ ਭੂਸਾ ਸਾਰੀ ਬਾਹਰ ਜਿਹੜੀ ਆ ਪ੍ਰਗਟ ਕਰਕੇ ਧਾਤ ਦੇ ਸ਼ਸਤਰਾਂ ਦੇ ਨਾਲ ਜੰਗ ਯੁੱਧ ਲੜਨਾ ਸਿਖਾ ਦਿੱਤਾ, ਸ਼ਸਤਰ ਵਿਦਿਆ ਸਿਖਾਈ। ਪਰ ਖਾਲਸੇ ਦੀ ਸ਼ਸਤਰ ਵਿਦਿਆ ਵਿੱਚ ਤੇ ਦੂਸਰੇ ਦੁਨਿਆਵੀ ਯੁੱਧ ਦੇ ਵਿੱਚ ਫਰਕ ਸੀ। ਹੁਣ ਜਿਹੜੀ ਗੁਰੂ ਘਰ ਦੀ ਫੌਜ ਸ਼ਸਤਰ ਵਿਦਿਆ ਘੋੜਸਵਾਰੀ ਕਰਦੀ ਸੀਗੀ, ਇਹ ਅੰਤਰਗਤ ਅਨਹਦ ਸ਼ਬਦ ਅਤੇ ਗੁਰਮੰਤਰ ਦੇ ਨਾਲ ਲਿਵ ਜੋੜ ਕੇ ਸ਼ਬਦ ਸ਼ਸਤਰ ਵਿਦਿਆ ਕਰਦੇ ਸੀ।
ਇਹਨਾਂ ਦੀ ਮਾਲਕ ਨੇ ਸ਼ਬਦ ਦਾ ਅਭਿਆਸ ਕਰਵਾ ਕੇ ਬ੍ਰਹਮ ਜੋਤ ਪ੍ਰਗਟ ਕਰ ਦਿੱਤੀ ਸੀ। ਕਿਉਂਕਿ ਕੋਈ ਵੀ ਯੁੱਧ ਹੈ ਜਿਹੜਾ, ਕੋਈ ਵੀ ਸੰਸਾਰ ਦੇ ਵਿੱਚ ਕਰਮ ਹੈ, ਉਹ ਆਤਮਕ ਬਲ ਦੇ ਉੱਪਰ ਹੀ ਚੱਲਦਾ। ਜਿਸ ਦਾ ਮਨ ਕਮਜ਼ੋਰ ਹੈ ਉਹ ਯੁੱਧ ਨਹੀਂ ਲੜ ਸਕਦਾ, ਜਿਸ ਦਾ ਮਨ ਬਲ ਦੇ ਵਿੱਚ ਹੈ ਉਹ ਯੁੱਧ ਲੜਦਾ। ਆਪਾਂ ਬਾਹਰੀ ਤੌਰ ਤੇ ਅੱਜ ਵੀ ਆਪਾਂ ਫੌਜਾਂ ਨੂੰ ਦੇਖੀਏ ਜਾਂ ਬਾਹਰੀ ਦ੍ਰਿਸ਼ਟਾਂ 'ਚ ਫੌਜਾਂ ਨੇ, ਉਹ ਕੋਈ ਸ਼ਰਾਬ ਦਾ ਨਸ਼ਾ ਦਿੰਦੇ ਆ, ਕੋਈ ਭੰਗ ਦਾ ਨਸ਼ਾ ਦਿੰਦੇ ਆ, ਕੋਈ ਹੋਰ ਵੱਖਰੇ ਵੱਖਰੇ ਅੱਕ ਧਤੂਰਿਆਂ ਦੇ ਨਸ਼ੇ ਦਿੰਦੇ ਨੇ ਵੀ ਇਹ ਮਦਮਸਤ ਹੋ ਜਾਣ, ਇਹਨਾਂ ਨੂੰ ਪਤਾ ਨਾ ਲੱਗੇ, ਮਸਤੀ ਦੇ ਵਿੱਚ ਆ ਕੇ ਲੜਦੇ ਰਹਿਣਗੇ, ਤੇ ਜੇ ਇਹਨਾਂ ਦੀ ਧੜ ਵੱਢਿਆ ਵੀ ਗਿਆ ਤੇ ਕੋਈ ਗੱਲ ਨਹੀਂ। ਹੁਣ ਗੁਰੂ ਸਾਹਿਬ ਨੇ ਜਿਹੜੀ ਇਹ ਨਵੇਕਲੀ ਖੇਲ ਸੀਗੀ, ਕਿਉਂਕਿ 100-150 ਸਾਲ ਪਹਿਲਾਂ ਸ਼ਬਦ ਦਾ ਅਭਿਆਸ ਹੋ ਗਿਆ ਸੀਗਾ, ਜਿੰਨੇ ਗੁਰੂ ਘਰ ਦੇ ਨਾਲ ਜੁੜੇ ਹੋਏ ਗੁਰਮੁਖ ਸੀ ਸਾਰੇ ਜੀਵਨ ਮੁਕਤ ਹੋ ਚੁੱਕੇ ਸੀ, ਸ਼ਬਦ ਦੇ ਵਿੱਚ ਸਮਾ ਚੁੱਕੇ ਸੀਗੇ, ਅੰਮ੍ਰਿਤ ਰਸ ਦੀ ਪ੍ਰਾਪਤੀ ਕਰ ਲਈ ਸੀ ਉਹਨਾਂ ਨੇ। ਹੁਣ ਜਦੋਂ ਬਾਹਰੀ ਤੌਰ ਤੇ ਯੁੱਧ ਕਰਦੇ, ਜੋਤ ਪ੍ਰਗਟ ਹੋ ਚੁੱਕੀ ਸੀ। ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਵੱਡ ਹੋਤ ਹੈ। ਇਸ ਜੋਤ ਦੇ ਮਾਲਕ ਦੇ ਸਨਮੁਖ ਹੋ ਕੇ ਨਾਦ ਨੂੰ ਸੁਣਦੇ, ਗੁਰਮੰਤਰ ਦਾ ਅਭਿਆਸ ਕਰਦੇ, ਸ਼ਸਤਰ ਵਿਦਿਆ ਖੇਲਣ ਲੱਗੇ। ਹੁਣ ਕਿਉਂਕਿ ਉਹਨਾਂ ਦਾ ਸਿਮਰਨ ਬਹੁਤ ਜੁੜ ਗਿਆ ਸੀਗਾ, ਉਧਰੋਂ ਨਾਦ ਵਿੱਚ ਸਮਾਏ ਰਹਿੰਦੇ, ਨਾਦ ਦੀ ਧੁਨ ਚੱਲਦੀ ਰਹਿੰਦੀ, ਉਧਰੋਂ ਵਾਹਿਗੁਰੂ ਦਾ ਅਭਿਆਸ ਕਰ ਕਰਕੇ ਉਧਰੋਂ ਸੰਗਤ ਤੇ ਭਾਵ ਇੰਨਾ ਜੁੜ ਗਿਆ ਸੀਗਾ ਕਿ ਇੰਨਾ ਮਨ ਬਲਵਾਨ ਹੋ ਗਿਆ। ਆਪਾਂ ਦੇਖਦੇ ਆ ਵੀ 6ਵੇਂ ਪਾਤਸ਼ਾਹ 6 ਜੰਗਾਂ ਲੜੀਆਂ, 6 ਦੀਆਂ 6 ਜਿੱਤ ਪ੍ਰਾਪਤ ਕੀਤੀ। ਹੁਣ ਜਿਵੇਂ ਜਿਹੜੀ ਸਿੱਖੀ ਹੈ ਹੌਲੀ ਹੌਲੀ ਸੰਤ ਦੇ ਨਾਲ ਸਿਪਾਹੀ ਦਾ ਰੋਲ ਅਦਾ ਕਰਦੀ ਜਾਂਦੀ ਹੈ। ਧੁਰਾ ਇੱਥੇ ਸ਼ਬਦ ਹੀ ਹੈ, ਇਹ ਨਹੀਂ ਕਿ ਕੋਈ 6ਵੇਂ ਪਾਤਸ਼ਾਹ ਨੇ ਸ਼ਬਦ ਦੀ ਕਮਾਈ ਛਡਾ ਕੇ ਜਾਓ ਕੋਈ ਵੱਖਰੀ, ਨਹੀਂ, ਧੁਰਾ ਸ਼ਬਦ ਹੀ ਹੈ। ਪਹਿਲੋਂ ਸ਼ਬਦ ਦੇ ਨਾਲ ਸਿਰਫ ਅੰਤਰਗਤ ਆਨੰਦ ਮਾਣਿਆ ਜਾਂਦਾ ਸੀ, ਹੁਣ ਉਸੇ ਸ਼ਬਦ ਨੂੰ ਬਾਹਰ ਯੁੱਧ ਨੀਤੀ ਦੇ ਵਿੱਚ ਵੀ ਲੈ ਆਂਦਾ, ਉਸੇ ਸ਼ਬਦ ਦੀ ਤਾਕਤ ਦੇ ਨਾਲ ਹੀ ਬਾਹਰਲਾ ਯੁੱਧ ਲੜਿਆ ਜਾ ਰਿਹਾ। ਤਾਂ ਹੀ ਇੱਕ ਮੁੱਠ ਛੋਲਿਆਂ ਦੇ ਖਾ ਕੇ 40-40 ਸਿੰਘ 1.25 ਲੱਖ ਨਾਲ ਲੜੇ, 10-10 ਲੱਖ ਨਾਲ, ਉਸ ਤੋਂ ਵੀ ਵੱਧ ਫੌਜਾਂ ਨਾਲ ਲੜੇ। ਦ੍ਰਿਸ਼ਟਮਾਨ ਦੇ ਵਿੱਚ ਜੋ ਮਰਜ਼ੀ ਕਹਾਣੀ ਬਣਾਈਏ, ਪਰ ਅੰਦਰਲੀ ਨਾਦ ਦੀ ਤਾਕਤ ਦੇ ਨਾਲ। ਅਸੀਂ ਆਮ ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤ ਹਾਂ, ਪਰ ਨਾਦ ਸੁਣਿਆ ਹੋਵੇ ਕਿਸੇ ਨੇ ਤਾਂ ਨਾਦੀ ਪੁੱਤ ਹੋਊਗਾ। ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਿਆ ਨਾਦ। ਘਟ ਘਟ ਦੇ ਵਿੱਚ ਨਾਦ ਵੱਜਦਾ ਪਿਆ, ਕੀ ਸਾਨੂੰ ਸੁਣਿਆ? ਕਹਿੰਦੇ ਜੇ ਨਹੀਂ ਸੁਣਿਆ ਤੇ ਲਿਵ ਜੋੜ ਲਓ। ਨਾਦ ਦੇ ਨਾਲ ਲਿਵ ਜੋੜ ਕੇ ਜਦੋਂ ਤੁਸੀਂ ਯੁੱਧ ਦੇ ਵਿੱਚ ਉਤਰੋਗੇ, ਪਹਿਲਾ ਗੁਰੂ ਘਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, ਜਿਨ੍ਹਾਂ ਦਾ ਆਪਾਂ ਖਾਲਸਾ ਸਾਜਨਾ ਦਿਵਸ ਦੇ ਮਨੋਰਥ ਦੇ ਵਿੱਚ ਆਪਾਂ ਇਹ 2 ਰੋਜ਼ਾ ਸਮਾਗਮ ਰੱਖਿਆ ਹੈ, ਜਦੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਘਰ ਤੱਕ ਗੱਲ ਪਹੁੰਚਦੀ ਹੈ, ਘਰ ਇੱਕ ਹੀ ਹੈ, ਉਹਨਾਂ ਤੱਕ ਗੱਲ ਪਹੁੰਚਦੀ ਹੈ, 200 ਸਾਲ ਦਾ ਉਸ ਤੋਂ ਵੱਧ ਦਾ ਅਭਿਆਸ ਹੋ ਚੁੱਕਿਆ ਸੀਗਾ। 200 ਸਾਲ ਲਗਾਤਾਰ ਸ਼ਬਦ ਨਾਦ ਸੱਚ ਗੁਰਮੰਤਰ ਦੀ ਕਮਾਈ ਹੋ ਚੁੱਕੀ ਸੀਗੀ। ਗੁਰਮੁਖਾਂ ਦੀਆਂ 2-2 3-3 ਪੀੜ੍ਹੀਆਂ ਗੁਰੂ ਘਰ ਦੇ ਵਿੱਚ ਸੇਵਾ ਲਾ ਕੇ ਪ੍ਰਗਟ ਹੋ ਚੁੱਕੀਆਂ ਸੀਗੀਆਂ। ਸ਼ਬਦ ਦੀ ਕਮਾਈ ਸਿਰਮੌਰ ਹੋ ਗਈ ਸੀ, ਕਿਉਂਕਿ ਜਿਹੜੇ ਗੁਰੂ ਘਰ ਦੇ ਨਾਲ ਗੁਰੂ ਨਾਨਕ ਦੇਵ ਤੋਂ ਜੁੜੇ 1500 ਤੋਂ ਬਾਹਰੀ ਤੌਰ ਤੇ ਪ੍ਰਚਾਰ ਸ਼ੁਰੂ ਹੋਇਆ ਹੈ। ਪਹਿਲੋਂ ਆਪਦੇ ਪਿੰਡਾਂ ਇਲਾਕਿਆਂ ਦੇ ਵਿੱਚ ਪ੍ਰਚਾਰ ਕੀਤਾ, ਕਿਸੇ ਨੇ ਸੁਣਿਆ ਨਹੀਂ ਜ਼ਿਆਦਾ। 1500 ਤੋਂ ਉਦਾਸੀਆਂ ਸ਼ੁਰੂ ਹੋਈਆਂ ਤੇ 1708 ਦੇ ਵਿੱਚ ਮਹਾਰਾਜ ਵਾਪਸੀ ਕਰਦੇ ਨੇ ਘਰ। ਕਰੀਬਨ 200 ਸਾਲ ਦੀ ਸ਼ਬਦ ਦੀ ਕਮਾਈ, ਸ਼ਸਤਰ ਵਿਦਿਆ, ਗੁਰੂ ਘਰ ਦੀ ਇੱਕ ਬੜੀ ਵੱਡੀ ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਸ਼ੋਭਾ ਹੋ ਗਈ ਸੀ। ਪਹਿਲੇ ਪਾਤਸ਼ਾਹ ਨੇ ਹੀ ਦੇਖੋ ਜਾ ਕੇ ਚੀਨ, ਰਸ਼ੀਆ ਤੱਕ ਜਾ ਕੇ, ਇਟਲੀ ਤੱਕ ਜਾ ਕੇ ਕਿੱਥੇ ਕਿੱਥੇ ਪ੍ਰਚਾਰ ਕਰ ਦਿੱਤਾ ਸੀ। ਅੱਜ ਇਤਿਹਾਸ ਬਹੁਤ ਜ਼ਿਆਦਾ ਵਾਂਝਾ ਆਇਆ। ਅਸੀਂ ਕਹਿੰਦੇ ਆ 5-7 ਦੇਸ਼ਾਂ ਦੇ ਵਿੱਚ ਗਏ। ਜਿਵੇਂ ਅੱਜ ਆਪਾਂ ਦੇਖਦੇ ਹਾਂ ਮੀਡੀਆ ਦਾ ਯੁੱਗ ਹੈ, ਕਿੱਥੇ ਇੱਕ ਛੋਟੀ ਜੀ ਗੱਲ ਕਿਵੇਂ ਫੈਲ ਜਾਂਦੀ ਹੈ। 200 ਸਾਲ ਗੁਰੂ ਘਰ ਦੇ ਪ੍ਰਚਾਰ ਹੋ ਗਿਆ ਸੀ, ਪੂਰੀ ਧਰਤੀ ਦੇ ਵਸੇਬੇ ਦੇ ਉੱਪਰ ਪ੍ਰਚਾਰ ਸੀਗਾ। ਪਹਿਲੇ ਪਾਤਸ਼ਾਹ ਨੇ ਇੰਨਾ ਪ੍ਰਚਾਰ ਕਰ ਦਿੱਤਾ ਸੀਗਾ। ਉਸ ਤੋਂ ਬਾਅਦ 9 ਪਾਤਸ਼ਾਹੀਆਂ ਹੋ ਰਹੀਆਂ ਨੇ। ਆਪਾਂ ਦੇਖਦੇ ਹਾਂ ਮਹਾਰਾਜ ਕਿੱਥੇ ਕਿੱਥੇ ਗਏ, ਦੇਸ਼ ਵਿਦੇਸ਼ ਗਏ। ਬੜਾ ਵੱਡਾ ਹਜੂਮ ਸੀ ਗੁਰੂ ਘਰ ਦਾ। ਸ਼ਬਦ ਦੀ ਕਮਾਈ ਸਿਰਮੌਰ ਹੋ ਚੁੱਕੀ ਸੀ ਤੇ ਖਾਲਸੇ ਦੇ ਵਿੱਚ, ਸੰਤਾਂ ਦੇ ਵਿੱਚ, ਸਿੱਖਾਂ ਦੇ ਵਿੱਚ ਇੰਨੀ ਤਾਕਤ ਪ੍ਰਗਟ ਹੋ ਗਈ ਸੀ ਵੀ ਉਹ ਇੱਕ ਗੁਰਮੁਖ ਵੀ ਜਿਹੜਾ ਸੀਗਾ ਲੱਖਾਂ ਤੇ ਭਾਰੂ ਪੈਣਾ ਸ਼ੁਰੂ ਹੋ ਗਿਆ ਸੀਗਾ। ਅੰਦਰ ਆਤਮਿਕ ਬਲ ਇੰਨਾ ਬਣ ਗਿਆ ਸੀ ਅੰਮ੍ਰਿਤ ਰਸ ਪੀ ਪੀ ਕੇ, ਕਿਉਂਕਿ
ਪੀੜ੍ਹੀ ਦਾ ਵੀ ਅਸਰ ਪੈਂਦਾ। ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਗੁਰੂ ਘਰ ਦੇ ਨਾਲ, ਤੀਸਰੀ ਪੀੜ੍ਹੀ ਗੁਰੂ ਘਰ ਦੇ ਨਾਲ, 200 ਸਾਲਾਂ ਦੇ ਵਿੱਚ ਜ਼ਿਆਦਾ ਨਹੀਂ ਤੇ 5 ਪੀੜ੍ਹੀਆਂ ਆ ਜਾਂਦੀਆਂ। 5 ਪੀੜ੍ਹੀਆਂ 200 ਸਾਲਾਂ ਦੇ ਵਿੱਚ ਆ ਜਾਂਦੀਆਂ। ਕਈ ਤਾਂ ਐਸੇ ਗੁਰਮੁਖ ਸਨ ਜਿਨ੍ਹਾਂ ਨੂੰ ਆਪਾਂ ਇਤਿਹਾਸ 'ਚ ਪੜ੍ਹਦੇ ਆ, ਪਹਿਲੇ ਪਾਤਸ਼ਾਹ ਤੋਂ ਜੁੜੇ 10ਵੇਂ ਪਾਤਸ਼ਾਹ ਤੀਕਰ ਸਿੱਖੀ ਕੇਸਾ ਸਵਾਸਾ ਸੰਗ ਦੇ ਨਾਲ ਰੋਮ ਰੋਮ ਨਿਭਾ ਕੇ ਗਏ ਆ। ਹੁਣ ਉਹ 10ਵੇਂ ਪਾਤਸ਼ਾਹ ਤੱਕ ਜਦੋਂ ਬਚਨ ਆਏ, ਅੰਦਰਲਾ ਅੰਮ੍ਰਿਤ ਬਾਹਰ ਆ ਗਿਆ ਬਾਟੇ ਦੇ ਵਿੱਚ, ਅੰਦਰਲੇ ਸ਼ਸਤਰ ਬਾਹਰ ਆ ਗਏ ਸਰਬਲੋਹ ਦੇ ਰੂਪ ਵਿੱਚ, ਅੰਦਰਲੇ ਅਕਾਲ ਪੁਰਖ ਦਾ ਪ੍ਰਕਾਸ਼ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਬਾਹਰ ਆ ਗਿਆ। ਉੱਥੇ ਫਿਰ ਖਾਲਸੇ ਨੇ ਯੁੱਧ ਕੀਤਾ। ਅੰਦਰੋਂ ਆਤਮਕ ਬਲ ਦੇ ਨਾਲ ਨਾਦ ਵਿੱਚ ਸਮਾਏ ਹੋਏ ਅਨਹਦ ਧੁਨਕਾਰਾਂ ਦੇ ਵਿੱਚ ਧੁਨ ਜੋੜ ਦੇ ਵਿੱਚ ਸੁਰਤੀ ਜੋੜ ਕੇ, ਇਹ ਅੰਦਰੋਂ ਅਨਹਦ ਧੁਨਾਂ ਦੇ ਧਨਕਾਰਾਂ ਦੇ ਵਿੱਚ ਸਮਾਏ ਹੋਏ ਅੰਦਰੋਂ ਇਹ ਨਗਾੜੇ ਵਜਾਉਣ, ਇਧਰੋਂ ਅਕਾਲ ਦੇ ਸਨਮੁਖ ਹੋ ਕੇ ਉਸ ਮਾਲਕ ਸੱਚੇ ਪਾਤਸ਼ਾਹ ਦੇ ਵਿੱਚ ਲਿਵ ਦੇ ਵਿੱਚ ਸਮਾ ਕੇ ਇਧਰੋਂ ਤੀਰ ਚੱਲੇ ਕਰੇ। ਉਸ ਤੀਰ ਦੀ ਬਰਕਤ ਇੰਨੀ ਹੁੰਦੀ ਸੀ ਕਿ ਵੀ ਬੜੇ ਬੜੇ ਸੀਸ ਲਾ ਕੇ ਲੈ ਜਾਂਦਾ ਸੀ। ਇਹਨਾਂ ਦੀ ਦੇਗ ਤੇ ਤੇਗ ਦੇ ਵਿੱਚ ਬਰਕਤ, ਉਹ ਸ਼ਰਾਬ ਦੇ ਰੱਜੇ ਹੋਏ, ਮੀਟ ਮਾਸ ਦੇ ਰੱਜੇ ਹੋਏ, ਇਹ ਅੰਮ੍ਰਿਤ ਦੇ ਰੱਜੇ ਹੋਏ, ਬੜਾ ਫਰਕ ਸੀ। ਕਾਲ ਨੇ ਇੰਨਾ ਵੱਡਾ ਬਲ ਮਾਰ ਦਿੱਤਾ, ਕਿਉਂਕਿ ਖਾਲਸੇ ਦੀ ਇੱਕ ਹੀ ਇੱਕ ਯੁੱਧ ਹੈ, ਸਿਰਫ ਕਾਲ ਦੇ ਨਾਲ ਯੁੱਧ ਹੈ। ਕਾਲ ਦੇ ਪਹਿਰੇ ਨੂੰ ਖਤਮ ਕਰਨਾ ਸੀਗਾ। ਜੇ ਉਹ ਕਾਲ ਦਾ ਪਹਿਰਾ ਉਦੋਂ ਨਾ ਖਤਮ ਹੁੰਦਾ, ਅੱਜ ਆਪਾਂ ਨਹੀਂ ਸੀ ਆ ਪੱਖਿਆਂ ਦੇ ਥੱਲੇ ਬੈਠਦੇ। ਇਹ ਸੰਸਾਰ ਇਸ ਤਰ੍ਹਾਂ ਪੱਖਿਆਂ ਦੇ ਥੱਲੇ ਨਹੀਂ ਸੀ ਬੈਠਦਾ। ਜਿਵੇਂ ਉਹ ਇੰਨਾ ਕੂੜ ਦਾ ਰਾਜ ਜਿਹੜੇ ਸਵਾ ਮਣ ਜਨੇਊ ਉਤਾਰ ਕੇ ਤੇ ਸ਼ਾਮ ਨੂੰ ਭੋਜਨ ਛਕਦੇ ਸੀਗੇ, ਇੱਥੇ ਨਹੀਂ ਸੀ ਬੈਠਦੇ। ਉਹ ਜਿਹੜਾ ਇੰਨਾ ਵੱਡਾ ਬਲ ਵੱਜਿਆ, ਜਿਹੜਾ ਇੰਨੀ ਵੱਡੀ ਉੱਥੇ ਸ਼ਹੀਦੀਆਂ ਹੋਈਆਂ, ਅਨੇਕਾਂ ਜਿਹੜੇ ਨਾਦ ਦੇ ਵਿੱਚ ਸਮਾਏ ਹੋਏ ਗੁਰਮੁਖਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਦੀ ਦੇਣੀ ਕਾਲ ਕਿਵੇਂ ਦੇ ਸਕਦਾ? ਧਰਤੀ ਦੇਣੀ ਦੇ ਸਕਦੀ ਹੈ? ਜਿਸ ਧਰਤੀ ਦੇ ਉੱਪਰ ਨਾਦ ਦੇ ਵਿੱਚ, ਸੱਚ ਦੇ ਵਿੱਚ ਗੁਰੂ ਘਰ ਦੇ ਜਿਹੜੇ ਵੰਸ਼ ਨੇ, ਜਿਹੜਾ ਅਲਾਹੀ ਵੰਸ਼ ਆਇਆ ਧੁਰੋਂ ਸੱਚਖੰਡ ਦੇ ਵਿੱਚੋਂ, ਉਹ ਜਿਹੜੀਆਂ ਕੌਮਾਂ, ਉਹ ਜਿਹੜੇ ਵੰਸ਼, ਉਹ ਗੁਰੂ ਘਰ ਦੇ ਬੱਚੇ, ਇਸ ਧਰਤੀ ਦੇ ਉੱਪਰ ਉਹਨਾਂ ਦਾ ਖੂਨ ਡੁੱਲ ਗਿਆ। ਤੇ ਧਰਤੀ ਕਿੰਨੇ ਯੁੱਗ ਵਿੱਚ ਦੇਣਾ ਦੇ ਸਕਦੀ ਆ ਉਸ ਚੀਜ਼ ਦਾ? ਉਹਨੂੰ ਦੇਣਾ ਦੇ ਸਕਦੀ। ਉਹ ਥੰਮ ਲੱਗ ਗਿਆ। ਸ਼ਬਦ ਦਾ ਅਭਿਆਸ ਹੋਇਆ। 250 ਸਾਲ ਤੱਕ ਗੁਰੂ ਘਰ ਨੇ ਸ਼ਬਦ ਦਾ ਅਭਿਆਸ ਕਰਾਇਆ, ਲਹੂ ਦੇ ਕਤਰੇ ਦਿੱਤੇ, ਆਪ ਸ਼ਹੀਦੀਆਂ ਦਿੱਤੀਆਂ, ਆਪ ਦੇ ਤਖਤ ਬਖਤ ਜਿਹੜੇ ਉਹ ਦਰਗਾਹ ਦੇ ਵਿੱਚੋਂ ਲੈ ਕੇ ਆਏ ਸੀ, ਤਖਤ ਬਖਤ ਮਾਇਆ ਦਾ ਖਜ਼ਾਨਾ, ਉਹ ਵੀ ਇੱਥੇ ਲਾਤਾ। ਕਿਉਂ? ਕਾਲ ਦਾ ਪਹਿਰਾ ਖਤਮ ਕਰ ਦਿੱਤਾ। ਇੱਕ ਵਾਰ ਤਾਂ ਸਾਰਾ ਸਾਫ਼ ਕਰ ਦਿੱਤਾ ਕਾਲ, ਸਾਰਾ ਸਾਫ਼ ਕਰ ਦਿੱਤਾ, ਥੰਮ ਲਾ ਦਿੱਤਾ। ਵੱਡੇ ਵੱਡੇ ਰਾਜਾਂ ਦੀ ਜੜ ਪੱਟ ਦਿੱਤੀ। ਸਾਡੀ ਜੋ ਅੱਗੇ ਆਉਣ ਵਾਲੀ ਵੰਸ਼ ਸੀ, ਇਹਨੂੰ ਕਾਇਮ ਰੱਖਣ।